ਹੈਲੋ ਪ੍ਰੇਜ਼ ਦ ਲਾਰਡ। ਮੈਂ ਤੁਹਾਡੇ ਨਾਲ ਅੱਜ ਦੇ ਦਿਨ ਦੇ ਵਿੱਚ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਜਿਹੜੀ ਪਰਮੇਸ਼ਵਰ ਦੀ ਸਿੱਖਿਆ ਦੇ ਉੱਤੇ ਹੈ ਤੇ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਪਰਮੇਸ਼ਵਰ ਦੇ ਗਿਆਨ ਨੂੰ, ਪਰਮੇਸ਼ਵਰ ਦੀ ਸਮਝ ਨੂੰ ਪ੍ਰਾਪਤ ਕਰੋ। ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਬਾਰੇ ਸੋਚਦੇ ਹਾਂ, ਇਹ ਇਸ ਗੱਲ ਨੂੰ ਨਿਰਧਾਰਿਤ ਕਰਦਾ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ। ਇਸ ਗੱਲ ਨੂੰ ਨਿਰਧਾਰਿਤ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਇਨਵੈਸਟ ਕਰਨਾ ਹੈ। ਇਸ ਗੱਲ ਨੂੰ ਨਿਰਧਾਰਿਤ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ। ਪਰਮੇਸ਼ਵਰ ਦੀ ਜਿਹੜੀ ਅਧਿਐਨ ਆ, ਪਰਮੇਸ਼ਵਰ ਦੇ ਬਾਰੇ ਸਿੱਖਣਾ ਜਿਹੜਾ ਹੈ, ਇਸ ਤੋਂ ਵੱਡੀ ਗੱਲ ਇਸ ਦੁਨੀਆ 'ਚ ਕੋਈ ਨਹੀਂ ਹੈਗੀ ਹੈ। ਇਸ ਤੋਂ ਵੱਡੀ ਕੋਈ ਸਟੱਡੀ ਨਹੀਂ ਹੈਗੀ ਹੈ। ਲੋਕ ਸਾਇੰਸ ਪੜ੍ਹਦੇ ਨੇ, ਲੋਕ ਬਾਇਓਲੋਜੀ ਪੜ੍ਹਦੇ ਨੇ, ਫਿਜ਼ਿਕਸ ਪੜ੍ਹਦੇ ਨੇ, ਸੋਸ਼ੀਓਲੋਜੀ ਪੜ੍ਹਦੇ ਨੇ, ਇਕਨੋਮਿਕਸ ਪੜ੍ਹਦੇ ਨੇ, ਸਭ ਕੁਝ ਬਹੁਤ ਵਧੀਆ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਜੇਕਰ ਤੁਸੀਂ ਪਰਮੇਸ਼ਰ ਬਾਰੇ ਪੜ੍ਹੋਗੇ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਸਾਡਾ ਜਿਹੜਾ ਗਿਆਨ ਹੈ ਪਰਮੇਸ਼ਵਰ ਦੇ ਪ੍ਰਤੀ, ਇਹ ਸਾਡੀ ਜ਼ਿੰਦਗੀ ਦੀ ਅਗਵਾਈ ਕਰੇਗਾ। ਅਸੀਂ ਕਿਵੇਂ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਵੇਖਦੇ ਹਾਂ, ਇਸ ਗੱਲ ਤੋਂ ਪ੍ਰਭਾਵਿਤ ਹੋਵੇਗਾ ਕਿ ਅਸੀਂ ਪਰਮੇਸ਼ਵਰ ਨੂੰ ਕਿਵੇਂ ਵੇਖਦੇ ਹਾਂ। ਸਾਡਾ ਜਿਹੜਾ ਪਰਮੇਸ਼ਵਰ ਦੇ ਪ੍ਰਤੀ ਗਿਆਨ ਹੈ, ਇਸ ਗੱਲ ਨੂੰ ਸ਼ੇਪ ਕਰੇਗਾ ਕਿ ਅਸੀਂ ਕਿਵੇਂ ਸੋਚਦੇ ਹਾਂ, ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਅਸੀਂ ਕਿਵੇਂ ਐਕਟ ਕਰਦੇ ਹਾਂ ਤੇ ਅਸੀਂ ਕਿਵੇਂ ਬੋਲਦੇ ਹਾਂ, ਅਸੀਂ ਕਿਵੇਂ ਉਹਦੀ ਆਰਾਧਨਾ ਕਰਦੇ ਹਾਂ, ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਾਂ। ਸਭ ਤੋਂ ਵੱਡਾ ਜਿਹੜਾ ਗਿਆਨ ਤੁਸੀਂ ਜ਼ਿੰਦਗੀ 'ਚ ਪ੍ਰਾਪਤ ਕਰ ਸਕਦੇ ਹੋ, ਉਹ ਹੈ ਪਰਮੇਸ਼ਵਰ ਦਾ ਗਿਆਨ। ਜੇਕਰ ਤੁਸੀਂ ਪਰਮੇਸ਼ਵਰ ਦੇ ਬਾਰੇ ਵੱਡਾ ਗਿਆਨ ਰੱਖਦੇ ਹੋ, ਇਹਦੇ ਦੁਆਰਾ ਤੁਹਾਨੂੰ ਪਤਾ ਕੀ ਹੋਵੇਗਾ, ਤੁਹਾਡੀ ਜ਼ਿੰਦਗੀ ਆਗਿਆਕਾਰੀ ਵਾਲੀ ਹੋਵੇਗੀ, ਤੁਹਾਡੀ ਜ਼ਿੰਦਗੀ ਪਵਿੱਤਰ ਹੋਵੇਗੀ। ਜੇਕਰ ਤੁਸੀਂ ਪਰਮੇਸ਼ਵਰ ਬਾਰੇ ਥੋੜ੍ਹਾ ਜਿਹਾ ਗਿਆਨ ਰੱਖਦੇ ਹੋ, ਜੇਕਰ ਤੁਹਾਡੀ ਸੋਚ ਪਰਮੇਸ਼ਵਰ ਬਾਰੇ ਛੋਟੀ ਜਿਹੀ ਹੈ, ਇਹਦੇ ਨਾਲ ਪਤਾ ਕੀ ਹੋਵੇਗਾ, ਤੁਹਾਡੀ ਜ਼ਿੰਦਗੀ 'ਚ ਪਾਪ ਆ ਜਾਵੇਗਾ। ਤੁਸੀਂ ਪਰਮੇਸ਼ਵਰ ਦੀ ਅਣਆਗਿਆਕਾਰੀ ਕਰੋਗੇ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਨੂੰ ਕਿਵੇਂ ਦੇਖਦੇ ਹਾਂ, ਕਿਉਂਕਿ ਜ਼ਿੰਦਗੀ ਦੀ ਦੌੜ ਪਿਆਰਿਓ ਇਸੇ ਗੱਲ ਤੋਂ ਚੱਲਣੀ ਹੈ ਕਿ ਤੁਹਾਡਾ ਪਰਮੇਸ਼ਵਰ ਦੇ ਪ੍ਰਤੀ ਕੀ ਵਿਚਾਰ ਹੈ। ਇਸ ਕਰਕੇ ਆਪਣੇ ਆਪ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਪਰਮੇਸ਼ਵਰ ਦੀ ਜਿਹੜੀ ਉਹਨੇ ਜਿਹੋ ਜਿਹੀ ਜ਼ਿੰਦਗੀ ਉਹ ਚਾਹੁੰਦਾ ਹੈ, ਉਹਦੇ 'ਤੇ ਕੇਂਦਰਿਤ ਜ਼ਿੰਦਗੀ ਜੀ ਰਹੇ ਹੋ, ਜਾਂ ਤੁਸੀਂ ਇੱਕ ਸਵਾਰਥੀ ਜਿਹੀ ਜ਼ਿੰਦਗੀ ਜੀ ਰਹੇ ਹੋ। ਅੱਜ ਅਸੀਂ ਕੁਝ ਵੀਡੀਓਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਹਦੇ ਦੁਆਰਾ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਪਰਮੇਸ਼ਵਰ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੋ ਕਿ ਉਹ ਕੌਣ ਹੈ, ਉਹ ਕਿਹੋ ਜਿਹਾ ਹੈ। ਤੇ ਇਹਨਾਂ ਵੀਡੀਓਜ਼ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪਰਮੇਸ਼ਵਰ ਦਾ ਕਰੈਕਟਰ ਕਿਹੋ ਜਿਹਾ ਹੈ, ਉਹਦਾ ਸੁਭਾਅ ਕਿਹੋ ਜਿਹਾ ਹੈ, ਤੇ ਉਹਦੇ ਕੁਝ ਗੁਣਾਂ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਇਸ ਕਰਕੇ ਅਸੀਂ ਅੱਜ ਦੇ ਦਿਨ 'ਚ ਸ਼ੁਰੂ ਕਰ ਰਹੇ ਹਾਂ ਕਿ ਪਰਮੇਸ਼ਵਰ ਦੀ ਹੋਂਦ ਕੀ ਹੈ। ਅਸੀਂ ਅੱਜ ਉਹਦੀ ਐਗਜ਼ਿਸਟੈਂਸ ਦੇ ਬਾਰੇ ਗੱਲ ਕਰਾਂਗੇ। ਤੇ ਸਾਰਿਆਂ ਤੋਂ ਪਹਿਲਾ ਸਵਾਲ ਜਿਹਦਾ ਮੈਂ ਇੱਥੇ ਜਵਾਬ ਦੇਣਾ ਚਾਹੁੰਦਾ ਹੈ ਕਿ ਪਰਮੇਸ਼ਵਰ ਨੂੰ ਕਿਹਨੇ ਬਣਾਇਆ ਹੈ। ਕੀ ਤੁਸੀਂ ਕਦੇ ਇਸ ਦੇ ਬਾਰੇ ਸੋਚਿਆ ਹੈ? ਇੱਕ ਇਹੋ ਜਿਹਾ ਸਵਾਲ ਹੈ ਜਿਹਦੇ ਬਾਰੇ ਬੜੀ ਡਿਸਕਸ਼ਨ ਹੋਈ ਹੈ, ਬੜੀਆਂ ਡਿਬੇਟਾਂ ਸਦੀਆਂ ਤੋਂ ਚੱਲਦੀਆਂ ਰਹੀਆਂ। ਅਜਲਾਂ ਤੋਂ ਲੋਕਾਂ ਨੇ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ, ਆਖਰ ਰੱਬ ਕਿੱਥੋਂ ਆਇਆ ਹੈ, ਇਹ ਰੱਬ ਨੂੰ ਕਿਹਨੇ ਬਣਾਇਆ ਹੈ। ਤੇ ਇੱਕ ਇਹੋ ਜਿਹਾ ਸਵਾਲ ਹੈ ਤੇ ਇਸ ਦੇ ਬਾਰੇ ਜੇ ਅਸੀਂ ਜਾਣਨਾ ਚਾਹੁੰਦੇ ਹਾਂ ਤੇ ਸਾਰਿਆਂ ਤੋਂ ਪਹਿਲੀ ਗੱਲ ਜਿਹੜੀ ਅਸੀਂ ਪਰਮੇਸ਼ਰ ਬਾਰੇ ਜਾਣੀਏ ਉਹ ਇਹ ਆ ਕਿ ਪਰਮੇਸ਼ਰ ਸੈਲਫ ਐਗਜ਼ਿਸਟੈਂਟ ਆ, ਜਿਹਦਾ ਮਤਲਬ ਹੈ ਉਹ ਖੁਦ ਹੀ ਉਹ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ ਹੈ। ਦੂਜੀ ਗੱਲ, ਉਹ ਸਦੀਪਕ ਹੈ, ਅਨੰਤ ਕਾਲ ਤੱਕ ਹੈ। ਮੈਂ ਤੇ ਤੁਸੀਂ, ਅਸੀਂ ਅਨੰਤ ਕਾਲ ਵਾਲੇ ਨਹੀਂ ਸੀਗੇ। ਵੇਖੋ ਸਾਡੀ ਇੱਕ ਲਿਮਟ ਹੈ, ਪਰ ਪਰਮੇਸ਼ਵਰ ਸਦੀਪਕ ਹੈ। ਤੀਜੀ ਗੱਲ, ਉਹ ਪੂਰੀ ਤਰ੍ਹਾਂ ਸੈਲਫ ਸਫੀਸ਼ੀਐਂਟ ਹੈ, ਜਿਹਦੀ ਮਤਲਬ ਹੈ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ, ਉਹ ਕਿਸੇ ਦੇ ਉੱਤੇ ਨਿਰਭਰ ਨਹੀਂ ਕਰਦਾ ਹੈ। ਤੇ ਚੌਥੀ ਗੱਲ ਹੈ, ਪਰਮੇਸ਼ਵਰ ਕਿਸੇ ਤੇ ਡਿਪੈਂਡ ਨਹੀਂ ਕਰਦਾ ਹੈ, ਉਹਨੂੰ ਉਹਦੀ ਹੋਂਦ ਵਾਸਤੇ ਕਿਸੇ ਦੀ ਜ਼ਰੂਰਤ ਨਹੀਂ ਹੈ। ਤੇ ਇਸੇ ਕਰਕੇ ਪਰਮੇਸ਼ਵਰ ਲੋਕਾਂ ਤੋਂ ਅਲੱਗ ਹੈ, ਇਸੇ ਕਰਕੇ ਪਰਮੇਸ਼ਵਰ ਆਪਣੀ ਸ੍ਰਿਸ਼ਟੀ ਤੋਂ ਅਲੱਗ ਹੈ। ਪਰਮੇਸ਼ਵਰ ਇਕੱਲਾ ਹੈ ਜਿਹੜਾ ਸੈਲਫ ਐਗਜ਼ਿਸਟੈਂਟ ਹੈ, ਜਾਨੀ ਕਿ ਉਹਦੀ ਸਵੈ ਹੋਂਦ ਹੈ ਤੇ ਉਹ ਇਟਰਨਲ ਹੈ, ਉਹ ਸਦੀਪਕ ਕਾਲ ਦਾ ਪਰਮੇਸ਼ਰ ਹੈ, ਉਹ ਕਿਸੇ ਤੇ ਨਿਰਭਰ ਨਹੀਂ ਕਰਦਾ ਹੈ। ਤੇ ਕੁਝ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਪਰਮੇਸ਼ਵਰ ਦੇ ਵਰਗਾ ਹੈ। ਉਹ ਆਪਣੀ ਤਾਕਤ ਦੇ ਦੁਆਰਾ ਐਗਜ਼ਿਸਟ ਕਰਦਾ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ ਹੈ, ਉਹਨੂੰ ਕਿਸੇ ਨੇ ਨਹੀਂ ਰਚਿਆ ਹੈ, ਉਹ ਆਪਣੇ ਆਪ ਦੇ ਵਿੱਚ ਹੀ ਹੋਣ ਦੇ ਵਿੱਚ ਇਹ ਇੱਕ ਇਹੋ ਜਿਹੀ ਕੁਆਲਿਟੀ ਹੈ
ਜਿਹੜੀ ਇਸ ਰਚਨਾ 'ਚ ਕਿਸੇ ਦੇ ਕੋਲ ਨਹੀਂ ਹੈਗੀ ਏ। ਲੋਕ ਜਿਹੜੇ ਨੇ ਉਹ ਸਵੈ ਹੋਂਦ ਵਾਲੇ ਨਹੀਂ ਆ, ਉਹ ਆਪਣੇ ਆਪ ਨਹੀਂ ਬਣ ਗਏ ਆ। ਇਸ ਦੁਨੀਆ 'ਚ ਕੁਝ ਵੀ ਇਹੋ ਜਿਹਾ ਨਹੀਂ ਆ ਜਿਹੜਾ ਸੈਲਫ ਐਗਜ਼ਿਸਟੈਂਟ ਹੋਵੇ, ਜਿਹਦਾ ਅਰਥ ਹੈ ਜਿਹੜਾ ਸਵੈ ਹੋਂਦ 'ਚ ਆਇਆ ਹੋਵੇ। ਸਿਰਫ ਪਰਮੇਸ਼ਵਰ ਹੀ ਹੈ ਜਿਹੜਾ ਸੈਲਫ ਐਗਜ਼ਿਸਟੈਂਟ ਹੈ। ਹੁਣ ਪੁਆਇੰਟ 1 ਨੰਬਰ ਦੀ ਗੱਲ ਕਰਦੇ ਹਾਂ। ਤੁਹਾਨੂੰ ਪਤਾ ਹੈ ਕੂਚ ਦੀ ਕਿਤਾਬ 3:14 ਦੇ ਵਿੱਚ ਬਾਈਬਲ ਕਹਿੰਦੀ ਏ, ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਮੈਂ ਹਾਂ ਸੋ ਹਾਂ। ਉਹਨੇ ਕੀ ਕਿਹਾ? ਉਹਨੇ ਕਿਹਾ ਇਜ਼ਰਾਈਲ ਦੇ ਲੋਕਾਂ ਨੂੰ ਕਹਿ, ਮੈਂ ਹਾਂ ਨੇ ਤੈਨੂੰ ਭੇਜਿਆ ਏ। ਕੂਚ ਦੀ ਕਿਤਾਬ 3:14। ਇਹ ਜਿਹੜਾ ਨਾਮ ਮੈਂ ਹਾਂ, ਇਹ ਪਰਮੇਸ਼ਵਰ ਦੀ ਇਟਰਨੈਲਿਟੀ ਜਾਨੀ ਕਿ ਉਹਦੀ ਸਦੀਪਕਤਾ ਦੀ ਵੱਲ ਇਸ਼ਾਰਾ ਕਰਦਾ ਹੈ। ਇਹਦਾ ਮਤਲਬ ਹੈ ਮੈਂ ਹੀ ਹਾਂ ਤੇ ਮੈਂ ਹੀ ਸੀ ਤੇ ਮੈਂ ਹੀ ਹੋਵਾਂਗਾ। ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਇਹਦਾ ਮਤਲਬ ਹੈ ਆਈ ਐਮ ਦਾ ਵਨ ਹੂ ਇਜ਼ ਐਂਡ ਹੂ ਵਿਲ ਬੀ, ਕਿ ਮੈਂ ਹਾਂ, ਮੈਂ ਸੀ ਤੇ ਮੈਂ ਰਹਾਂਗਾ। ਇਹ ਇਸ ਗੱਲ ਨੂੰ ਸਿਖਾਉਂਦਾ ਹੈ ਕਿ ਪਰਮੇਸ਼ਵਰ ਆਪਣੀ ਤਾਕਤ ਦੇ ਦੁਆਰਾ ਹੋਣ ਦੇ ਵਿੱਚ ਉਹਨੂੰ ਕਿਸੇ ਨੇ ਨਹੀਂ ਬਣਾਇਆ ਹੈ। ਇਹਦਾ ਮਤਲਬ ਇਹ ਕਿ ਉਹ ਪੂਰੀ ਤਰ੍ਹਾਂ ਸਦੀਪਕ ਕਾਲ ਤੋਂ ਐਗਜ਼ਿਸਟ ਕਰ ਰਿਹਾ ਹੈ। ਇਹਦਾ ਮਤਲਬ ਹੈ ਉਹ ਸਦੀਪਕ ਕਾਲ ਤੱਕ ਰਹੇਗਾ। ਪਰਮੇਸ਼ਵਰ ਇਸੇ ਕਰਕੇ ਲੋਕਾਂ ਤੋਂ ਅਲੱਗ ਹੈ, ਉਹ ਤਾਰਿਆਂ ਤੋਂ ਅਲੱਗ ਹੈ, ਉਹ ਇਸ ਕੁਦਰਤ ਤੋਂ ਅਲੱਗ ਹੈ, ਕਿਉਂਕਿ ਪਰਮੇਸ਼ਵਰ ਸੈਲਫ ਐਗਜ਼ਿਸਟੈਂਟ ਹੈ, ਉਹ ਖੁਦ ਹੋਣ ਦੇ ਵਿੱਚ ਹੈ। ਇਹ ਸਮਝਣਾ ਥੋੜਾ ਜਿਹਾ ਔਖਾ ਹੈ, ਪਰ ਜਦੋਂ ਅਸੀਂ ਇਹਦੇ ਬਾਰੇ ਸੋਚਦੇ ਹਾਂ ਤਾਂ ਇਹ ਸਾਨੂੰ ਇਹੋ ਜਿਹਾ ਅਹਿਸਾਸ ਕਰਾਉਂਦਾ ਹੈ ਕਿ ਅਸੀਂ ਉਹਦੀ ਸਤੁਤੀ ਕਰੀਏ। ਸਿਰਫ ਪਰਮੇਸ਼ਵਰ ਹੀ ਹੈ ਜਿਹੜਾ ਸੈਲਫ ਐਗਜ਼ਿਸਟੈਂਟ ਹੈ। ਇਹ ਪੁਆਇੰਟ ਨੰਬਰ 1 ਸੀਗਾ। ਹੁਣ ਮੈਂ ਦੂਜੇ ਪੁਆਇੰਟ ਦੀ ਗੱਲ ਕਰਨਾ ਚਾਹੁੰਦਾ। ਤੁਹਾਨੂੰ ਪਤਾ ਯਹੂਨਾ 5:26 ਦੇ ਵਿੱਚ ਬਾਈਬਲ ਕਹਿੰਦੀ ਹੈ ਕਿ ਜਿਵੇਂ ਪਿਤਾ ਦੇ ਅੰਦਰ ਜੀਵਨ ਹੈ ਤੇ ਉਹ ਜੀਵਨ ਜਿਹੜਾ ਹੈ ਉਹ ਪੁੱਤਰ ਦੇ ਵਿੱਚ ਵੀ ਹੈ, ਪੁੱਤਰ ਦੇ ਵਿੱਚ ਵੀ ਉਹੀ ਜੀਵਨ ਹੈ। ਯਹੂਨਾ 5:26। ਹੁਣ ਇੱਥੇ ਵੇਖੋ, ਇੱਥੇ ਲਿਖਿਆ ਹੈ ਪਿਤਾ ਦੇ ਅੰਦਰ ਜੀਵਨ ਹੈ। ਇੱਥੇ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ਵਰ ਕਦੇ ਰਚਿਆ ਨਹੀਂ ਗਿਆ ਤੇ ਕਦੇ ਵੀ ਉਹਨੂੰ ਕਿਸੇ ਹੋਰ ਨੇ ਜੀਵਨ ਨਹੀਂ ਦਿੱਤਾ। ਸੋ ਮੈਂ ਸਿੱਟਾ ਕੀ ਕੱਢਣਾ ਚਾਹੁੰਦਾ ਵਾਂ, ਸਾਰਿਆਂ ਤੋਂ ਪਹਿਲੀ ਗੱਲ ਅਸੀਂ ਪਰਮੇਸ਼ਵਰ ਬਾਰੇ ਕੀ ਸਿੱਖਦੇ ਹਾਂ ਕਿ ਪਰਮੇਸ਼ਵਰ ਸੈਲਫ ਐਗਜ਼ਿਸਟੈਂਟ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹ ਖੁਦ ਹੋਣ ਦੇ ਵਿੱਚ ਆਇਆ ਹੈ, ਖੁਦ ਹੀ ਹੋਣ ਦੇ। ਦੂਜੀ ਗੱਲ, ਉਹ ਸਦੀਪਕ ਕਾਲ ਦਾ ਪਰਮੇਸ਼ਵਰ ਹੈ, ਉਹ ਪੂਰੀ ਤਰ੍ਹਾਂ ਸੈਲਫ ਸਫੀਸ਼ੀਐਂਟ ਹੈ, ਜਾਨੀ ਕਿ ਉਹਨੂੰ ਕਿਸੇ ਦੀ ਲੋੜ ਨਹੀਂ, ਉਹ ਕਿਸੇ ਤੇ ਨਿਰਭਰ ਨਹੀਂ ਕਰਦਾ ਹੈ। ਤੇ ਚੌਥੀ ਗੱਲ ਇਹ ਕਿ ਉਹ ਕਿਸੇ ਤੇ ਨਿਰਭਰ ਨਹੀਂ ਕਰਦਾ ਹੈ। ਇਹ ਬਹੁਤ ਹੀ ਸਾਡੇ ਆਤਮਿਕ ਤੰਦਰੁਸਤੀ ਵਾਸਤੇ ਜ਼ਰੂਰੀ ਗੱਲ ਹੈ ਕਿ ਅਸੀਂ ਪਰਮੇਸ਼ਵਰ ਨੂੰ ਸਮਝੀਏ ਕਿ ਉਹ ਮਹਾਨ ਹੈ ਤੇ ਇਸ ਗੱਲ ਦੀ ਸੱਚਾਈ ਨੂੰ ਸਮਝੀਏ ਕਿ ਪਰਮੇਸ਼ਵਰ ਦੀ ਸੈਲਫ ਐਗਜ਼ਿਸਟੈਂਸ ਕੀ ਹੈ। ਇਹ ਸਾਰਿਆਂ ਤੋਂ ਪਹਿਲਾ ਕਦਮ ਹੈ ਜਿਹੜਾ ਅਸੀਂ ਇਸ ਰਾਹ ਤੇ ਲੈ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੀ ਸਿੱਖਿਆ ਦੇ ਬਾਰੇ ਸੋਚਦੇ ਹਾਂ। ਜਦੋਂ ਅਸੀਂ ਪਰਮੇਸ਼ਵਰ ਦੀ ਸੈਲਫ ਐਗਜ਼ਿਸਟੈਂਸ ਦੇ ਬਾਰੇ ਸੋਚਦੇ ਹਾਂ ਤੇ ਸਾਨੂੰ ਹਮੇਸ਼ਾ ਉਹਦਾ ਪ੍ਰਤੀਉੱਤਰ ਕੀ ਦੇਣਾ ਚਾਹੀਦਾ? ਸਾਨੂੰ ਉਹਦੀ ਆਰਾਧਨਾ ਕਰਨੀ ਚਾਹੀਦੀ ਹੈ, ਸਾਨੂੰ ਉਹਦੇ ਤੋਂ ਡਰਨਾ ਚਾਹੀਦਾ ਹੈ। ਜਿਵੇਂ ਮੂਸਾ ਨੇ ਜਲਦੀ ਹੋਈ ਝਾੜੀ ਦੇ ਵਿੱਚ ਕੀਤਾ, ਜਦੋਂ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ ਉਹ ਡਰ ਗਿਆ ਕਿਉਂਕਿ ਉਹਨੇ ਵੇਖਿਆ ਕਿ ਜਲਦੀ ਹੋਈ ਝਾੜੀ ਦੇ ਵਿੱਚ ਪਰਮੇਸ਼ਵਰ ਹੈ। ਇਸੇ ਤਰ੍ਹਾਂ ਜਦੋਂ ਏਡੇ ਵੱਡੇ ਪਰਮੇਸ਼ਵਰ ਦਾ ਅਸੀਂ ਗਿਆਨ ਲੈ ਰਹੇ ਹਾਂ, ਸਾਨੂੰ ਉਸ ਤੋਂ ਡਰਨਾ ਚਾਹੀਦਾ ਹੈ ਤੇ ਡਰ ਕੇ ਸਾਨੂੰ ਉਹਦੀ ਆਰਾਧਨਾ ਕਰਨੀ ਚਾਹੀਦੀ ਹੈ। ਮੈਂ ਆਸ ਕਰਦਾ ਵਾਂ ਕਿ ਜਿਹੜਾ ਵੀਡੀਓ ਅੱਜ ਅਸੀਂ ਤੁਹਾਡੇ ਨਾਲ ਵੰਡਿਆ ਹੈ ਇਹ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਪ੍ਰਭੂ 'ਚ ਹੋਰ ਵੱਧ ਸਕੋ। ਮੇਰਾ ਜਿਹੜਾ ਨਿਸ਼ਾਨਾ ਤੁਹਾਡੇ ਵਾਸਤੇ ਆ ਕਿ ਤੁਸੀਂ ਪਰਮੇਸ਼ਵਰ ਦੇ ਗਿਆਨ 'ਚ ਵਧੋ ਤੇ ਤੁਸੀਂ ਪਰਮੇਸ਼ਵਰ ਨੂੰ ਹੋਰ ਪਿਆਰ ਕਰਨ ਲੱਗ ਜਾਓ ਤੇ ਤੁਸੀਂ ਪਰਮੇਸ਼ਵਰ ਦੀ ਹੋਰ ਆਗਿਆਕਾਰੀ ਕਰੋ। ਤੇ ਮੇਰਾ ਅਖੀਰਲਾ ਨਿਸ਼ਾਨਾ ਜਿਹੜਾ ਹੈ ਉਹ ਇਹ ਆ ਕਿ ਤੁਹਾਡਾ ਗਿਆਨ ਉਹਦੇ ਪ੍ਰਤੀ ਵਧੇ ਤੇ ਜਿਹੜਾ ਗਿਆਨ ਹੈ ਇਹੀ ਤੁਹਾਨੂੰ ਪਵਿੱਤਰਤਾ 'ਚ ਲੈ ਕੇ ਜਾਵੇਗਾ ਤੇ ਇਹ ਤੁਹਾਨੂੰ ਉਹਦੀ ਪਵਿੱਤਰਤਾ 'ਚ ਵਧਾਵੇਗਾ ਤੇ ਤੁਸੀਂ ਆਗਿਆਕਾਰੀ 'ਚ ਵੱਧ ਜਾਓਗੇ। ਕਿਰਪਾ ਕਰਕੇ ਜਿਹੜਾ ਵੀਡੀਓ ਹੈ ਇਹਨੂੰ ਆਪਣੇ ਮਿੱਤਰਾਂ ਦੇ ਨਾਲ ਵੰਡੋ, ਆਪਣੇ ਚਰਚ ਦੇ ਲੋਕਾਂ ਦੇ ਨਾਲ ਵੰਡੋ। ਤੇ ਇੱਕ ਹੋਰ ਗੱਲ ਕਿਰਪਾ ਕਰਕੇ ਕਰੋ, ਇੱਥੇ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਗਿਆ, ਤੁਸੀਂ ਇਹਨੂੰ ਜ਼ਰੂਰ ਦਬਾਓ ਤਾਂ ਕਿ ਇਸ ਗੱਲ ਤੋਂ ਸਾਨੂੰ ਵੀ ਪਤਾ ਚੱਲਦਾ ਹੈ ਕਿ ਤੁਸੀਂ ਹੋਰ ਪ੍ਰਭੂ ਬਾਰੇ ਸਿੱਖਣਾ ਚਾਹੁੰਦੇ ਹੋ ਤੇ ਹਰ ਹਫ਼ਤੇ ਅਸੀਂ ਤੁਹਾਨੂੰ ਇਹੋ ਜਿਹੇ ਵੀਡੀਓ ਭੇਜਾਂਗੇ। ਧੰਨਵਾਦ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ। ਥੈਂਕ ਯੂ।